ਕਿਸਾਨਾਂ ਨੂੰ 10 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਮੰਤਰੀ ਇੱਕ ਆਉਂਦਾ ਤੇ ਇੱਕ ਅਸਤੀਫਾ ਦਿੰਦਾ। ਕੀ ਕਹੋਗੇ? ਮੈਨੂੰ ਲੱਗਦਾ ਕਿ ਪਿਛਲੇ 4.5 ਸਾਲ ਤੋਂ ਵੀ ਬੇਸ਼ੱਕ ਸਰਕਾਰ ਲੱਗਦਾ ਸੀ ਸਰਕਾਰ ਚੱਲ ਰਹੀ ਹੈ, ਪਰ ਸਰਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਸ਼ਾਸਨਿਕ ਪੱਧਰ ਤੋਂ ਲੈ ਕੇ ਰਾਜਨੀਤਿਕ ਪੱਧਰ ਤੱਕ ਕੋਈ ਐਵੇਂ ਦਾ ਮਾਹੌਲ ਨਹੀਂ ਸੀ ਬਣ ਰਿਹਾ ਕਿ ਲੋਕਾਂ ਨੂੰ ਲੱਗ ਰਿਹਾ ਹੋਵੇ ਕਿ ਸਰਕਾਰ ਚੱਲ ਰਹੀ ਹੈ। ਵੇਖੋ, ਕਦੀ ਅਕਾਲੀ ਬਨਾਮ ਕਾਂਗਰਸ ਦੀ ਜੰਗ ਸੀ, ਫਿਰ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਸ਼ੁਰੂ ਤੋਂ ਲੈ ਕੇ ਕੈਪਟਨ ਅਮਰਿੰਦਰ ਬਨਾਮ ਬਾਜਵਾ ਹੋ ਗਈ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਬਨਾਮ ਸੁਖਵਿੰਦਰ ਰੰਧਾਵਾ ਹੋ ਗਈ, ਉਸ ਤੋਂ ਬਾਅਦ ਬਨਾਮ ਸਿੱਧੂ ਹੋ ਗਈ। ਸੋ ਜਦੋਂ ਤੋਂ 4.5 ਸਾਲ ਦੇ ਸਮੇਂ ਵਿੱਚ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਇੰਨਾ ਕਨਫਲਿਕਟ ਚੱਲਦਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਆਸ ਹੀ ਲੱਥ ਗਈ ਸੀ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਚੱਲ ਰਹੀ ਜਾਂ ਕਿਸੇ ਪੱਧਰ ਦੇ ਉੱਪਰ ਲੋਕਾਂ ਨੂੰ ਕੋਈ ਸਰਕਾਰੀ ਸਹੂਲਤਾਂ ਮਿਲ ਸਕਦੀਆਂ ਨੇ। ਸਿੱਧੂ ਨੂੰ ਇੰਝ ਲੱਗਾ ਕਿ ਕਾਂਗਰਸ ਹਾਈ ਕਮਾਂਡ ਮੈਨੂੰ ਹੁਣ ਪੰਜਾਬ ਦਾ ਅਗਲਾ ਸੀਐਮ ਬਣਾਉਣ ਦੇ ਵਾਸਤੇ ਮੈਂ ਕਿੰਗ ਮੇਕਰ ਤੇ ਬਣ ਗਿਆ, ਪਰ ਸ਼ਾਇਦ ਕਿੰਗ ਬਣਨ ਦੇ ਰਾਹ ਦੇ ਵਿੱਚ ਬਹੁਤ ਸਾਰੇ ਰੋੜੇ ਖੜੇ ਹੋ ਗਏ ਨੇ। ਸੋ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਕਾਰਨ ਸੀ। ਇਹ ਵੀ ਕਾਰਨ ਮੰਨਦੇ ਹੋ ਸਿੱਧੂ ਦਾ ਜਿਹੜਾ ਅਸਤੀਫਾ ਦੇਣ ਦਾ ਕਾਰਨ ਇਹ ਵੀ ਮੰਨਦੇ ਹੋ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਸੀਐਮ ਲਾ ਦਿੱਤਾ ਗਿਆ, ਵੀ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਚੰਨੀ ਨੂੰ ਹੀ ਨਾ ਲੱਗਿਆ ਰਹਿਣ ਦੇ? ਵੇਖੋ, ਜਿਸ ਤਰ੍ਹਾਂ ਦੇ ਨਾਲ 4-5 ਜਣਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਲੋਕ ਮਾਨਸਿਕਤਾ ਨੂੰ ਆਪਣੇ ਵੱਲ ਖਿੱਚਿਆ, ਤਾਂ ਕਿਤੇ ਨਾ ਕਿਤੇ ਜਿਹੜੇ ਜਿਹਨੂੰ ਅਸੀਂ ਦੋਵੇਂ ਪੱਧਰ ਦੇ ਆਗੂ ਕਹਿੰਦੇ ਹਾਂ ਕਿ ਸੈਕੰਡ ਲੈਵਲ ਜਿਹੜੀ ਲੀਡਰਸ਼ਿਪ ਹੁੰਦੀ ਹੈ ਸੀਐਮ ਤੋਂ ਥੱਲੇ, ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਤਾਂ ਘਰ ਕਰ ਗਈ ਹੈ ਕਿ ਜੇਕਰ ਚਰਨਜੀਤ ਸਿੰਘ ਜਿਹੜਾ ਹੈ ਨਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਿਸ ਤਰ੍ਹਾਂ ਦੇ ਨਾਲ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਹੈ ਜਾਂ ਹਰ ਵੇਲੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਤੇ ਸੱਚ ਜਾਣਿਓ ਜਿਹੜਾ ਹਜ਼ਾਰ ਬੰਦਾ ਸਿਕਿਉਰਿਟੀਆਂ ਰੱਖਣ ਵਾਲੇ ਵੱਡੇ ਅਮੀਰ ਘਰਾਣਿਆਂ ਦੇ ਵਿੱਚੋਂ ਰਾਜਨੀਤੀ ਦੀ ਲਾਲਸਾ ਰੱਖਣ ਵਾਲੇ ਲੋਕ ਸੀ, ਕਿਤੇ ਨਾ ਕਿਤੇ ਉਹਨਾਂ ਦੇ ਵਾਸਤੇ ਸਮੱਸਿਆਵਾਂ ਤਾਂ ਆਈਆਂ ਨੇ। ਉਦੋਕੇ ਸਾਹਿਬ, ਜੇ ਗੱਲ ਕਰੀਏ ਸਿਆਸਤ ਦੀ, ਤਾਂ ਸਿਆਸਤ ਦੇ ਵਿੱਚ ਸਿੱਧੂ ਅਸਤੀਫਾ ਦਿੰਦਾ ਤਾਂ ਰਜੀਆ ਸੁਲਤਾਨਾ ਵੀ ਨਾਲ ਦੀ ਨਾਲ ਅਸਤੀਫਾ ਦੇ ਦਿੰਦੀ ਆ, ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਕਹਿੰਦੇ ਨੇ ਅਸੀਂ ਮਨਾਵਾਂਗੇ। ਕੀ ਸਿੱਧੂ ਮੰਨਣਗੇ? ਅੱਜ ਦੀ ਤਰੀਕ 'ਚ ਇਹੀ ਲੱਗਦਾ ਕਿ ਕਾਂਗਰਸ ਦੇ ਵਾਸਤੇ ਬੈਟਰ ਆਪਸ਼ਨ ਇਹੀ ਹੋਣਗੇ ਕਿ ਉਹ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਨਵਾਂ ਪੰਜਾਬ ਦਾ ਕੋਈ ਪ੍ਰਧਾਨ ਲਾ ਦੇਣਗੇ। ਅਕਾਲੀ ਦਲ ਦੀ ਗੱਲ ਕਰੀਏ, ਅੱਜ ਅਕਾਲੀ ਦਲ ਵੀ ਇੱਕ ਪ੍ਰੋਟੈਸਟ ਕਰਦਾ ਨਜ਼ਰ ਆਇਆ। ਉਹ ਕਹਿੰਦਾ ਅਸੀਂ ਭਾਰਤਮਾਲਾ ਦੇ ਅਧੀਨ ਜਿਹੜਾ ਵੀ ਇਨਕੁਆਇਰ ਕਰੀਆਂ ਜ਼ਮੀਨਾਂ, ਤਾਂ ਉਹਨਾਂ ਦੇ ਹੱਕ ਦੀ ਅਸੀਂ ਲੜਾਈ ਲੜ ਰਹੇ ਹਾਂ। 30 ਲੱਖ ਰੁਪਇਆ ਮੁੱਲ ਦੇ ਰਹੇ ਨੇ, ਪਰ ਅਸੀਂ ਉਹਨਾਂ ਨੂੰ ਕਰੋੜ ਰੁਪਇਆ ਦਿਵਾਉਣ ਤੱਕ ਅਸੀਂ ਇੱਕ ਲੜਾਈ ਕਰ ਰਹੇ ਹਾਂ, ਇੱਕ ਟਰੈਕਟਰ ਮਾਰਚ ਕਰਾਂਗੇ। ਉਹਨਾਂ ਨੇ ਵੀ ਅੱਜ ਪ੍ਰੋਟੈਸਟ ਕਰਿਆ, ਤੇ ਕੁਝ ਦਿਨ ਪਹਿਲਾਂ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਦੋਂ ਸਵਾਲ ਕਰਦੇ ਹਾਂ ਤਾਂ ਉਹ ਸਾਨੂੰ ਹੀ ਕਹਿੰਦੇ ਨੇ ਕਿ ਇੱਕ ਚੈਨਲ ਕਿਤੇ ਬਾਦਲਾਂ ਦਾ ਤਾਂ ਨਹੀਂ ਹੈਗਾ। ਕੀ ਇਹ ਜਾਇਜ਼ ਆ ਸਿਆਸਤ ਦੇ ਵਿੱਚ? ਹੁਣ ਜਿਹੜੇ ਮੁੱਦਿਆਂ ਦੀ ਅੱਜ ਗੱਲ ਕੀਤੀ ਜਾਂਦੀ ਹੈ ਕਿ ਆਹ ਗੱਲ ਕਾਂਗਰਸ ਦੇ ਵੱਲੋਂ ਇੰਜ ਕੀਤਾ ਗਿਆ, ਪਰ ਸਾਡੀ ਰਾਜ ਸੱਤਾ ਆਵੇਗੀ ਤੇ ਅਸੀਂ ਇੰਜ ਕਰਾਂਗੇ, ਕਿਤੇ ਨਾ ਕਿਤੇ ਉਹ ਤੁਸੀਂ ਰਾਜ ਸੱਤਾ ਦੇ ਵਿੱਚ ਪਹਿਲਾਂ ਰਹਿ ਚੁੱਕੇ ਹੁੰਦੇ ਹੋ, ਤੁਹਾਡੇ ਕੋਲ ਅਧਿਕਾਰ ਖੇਤਰ ਵੀ ਰਿਹਾ ਹੁੰਦਾ, ਤੁਸੀਂ ਉਹਨਾਂ ਮੁੱਦਿਆਂ ਨੂੰ ਉਦੋਂ ਹੱਲ ਕਿਉਂ ਨਹੀਂ ਕੀਤਾ? ਇਹਦਾ ਮਤਲਬ ਕਿ ਅੱਜ ਜੇਕਰ ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਤੁਸੀਂ ਵਿਰੋਧੀ ਰਾਜਨੀਤੀ ਦੇ ਵਿੱਚ ਹੋ, ਤੁਸੀਂ ਪੰਜਾਬ ਦੀ ਭਲਾਈ ਦੇ ਵਾਸਤੇ ਭਵਿੱਖ ਦੇ ਬਾਰੇ ਚਿੰਤਨ ਨਹੀਂ ਹੈਗਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਇਸ ਵਕਤ ਜੇ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੰਤਰੀ ਬਣਦਾ ਤੇ ਇੱਕ ਅਸਤੀਫਾ ਦਿੰਦਾ। ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਣਦਾ ਤੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਸਾਡੇ ਨਾਲ ਇਸ ਵਕਤ ਸਿੱਖ ਵਿਦਵਾਨ ਮੌਜੂਦ ਨੇ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਅਰਜ਼ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਕਿਸਾਨਾਂ ਨੂੰ 10 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਮੰਤਰੀ ਇੱਕ ਆਉਂਦਾ ਤੇ ਇੱਕ ਅਸਤੀਫਾ ਦਿੰਦਾ। ਕੀ ਕਹੋਗੇ? ਵੇਖੋ, ਜਿਹੜਾ ਪੰਜਾਬ ਦਾ ਰਾਜਨੀਤਿਕ ਮਾਹੌਲ ਹੈ ਜਿਸ ਤਰ੍ਹਾਂ ਦਾ ਬਣਿਆ ਹੋਇਆ, ਜਿਹੜਾ ਤੁਸੀਂ ਵੀ ਕਿਹਾ ਕਿ ਮੰਤਰੀ ਇੱਕ ਆਉਂਦਾ ਇੱਕ ਅਸਤੀਫਾ ਦਿੰਦਾ, ਤਾਂ ਇਹ ਤਾਂ ਮੈਨੂੰ ਲੱਗਦਾ ਕਿ ਪਿਛਲੇ 4.5 ਸਾਲ ਤੋਂ ਵੀ ਬੇਸ਼ੱਕ ਸਰਕਾਰ ਲੱਗਦਾ ਸੀ ਸਰਕਾਰ ਚੱਲ ਰਹੀ ਹੈ, ਪਰ ਸਰਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਸ਼ਾਸਨਿਕ ਪੱਧਰ ਤੋਂ ਲੈ ਕੇ ਰਾਜਨੀਤਿਕ ਪੱਧਰ ਤੱਕ ਕੋਈ ਐਵੇਂ ਦਾ ਮਾਹੌਲ ਨਹੀਂ ਸੀ ਬਣ ਰਿਹਾ ਕਿ ਲੋਕਾਂ ਨੂੰ ਲੱਗ ਰਿਹਾ ਹੋਵੇ ਕਿ ਸਰਕਾਰ ਚੱਲ ਰਹੀ ਹੈ। ਸੋ ਉਹਦੇ ਮੱਦੇਨਜ਼ਰ ਜੇਕਰ ਕਿਸਾਨ ਸੰਘਰਸ਼ ਚੱਲ ਵੀ ਰਿਹਾ ਸੀ ਤਾਂ ਇਸ ਸਰਕਾਰ ਨੂੰ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਅਜੇ ਤੱਕ ਇਹਨਾਂ ਨੇ ਪ੍ਰਤੀਕਿਰਿਆ ਜ਼ਾਹਰ ਨਹੀਂ ਸੀ ਕੀਤੀ। ਜਿਹੜੀ ਇਹ ਪੰਜਾਬ ਦੀ ਸਿਆਸੀ ਪਿੜ ਦੇ ਵਿੱਚ ਅੱਜ ਇਹ ਜੰਗ ਸ਼ੁਰੂ ਹੋਈ ਹੈ ਤੇ ਜਿਹੜੇ ਇਹਦੇ ਰਾਜਨੀਤਿਕ ਸਮੀਕਰਨ ਬਣਦੇ ਜਾ ਰਹੇ ਨੇ, ਵੇਖੋ, ਕਦੀ ਅਕਾਲੀ ਬਨਾਮ ਕਾਂਗਰਸ ਦੀ ਜੰਗ ਸੀ, ਫਿਰ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਸ਼ੁਰੂ ਤੋਂ ਲੈ ਕੇ ਕੈਪਟਨ ਅਮਰਿੰਦਰ ਬਨਾਮ ਬਾਜਵਾ ਹੋ ਗਈ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਬਨਾਮ ਸੁਖਵਿੰਦਰ ਰੰਧਾਵਾ ਹੋ ਗਈ, ਉਸ ਤੋਂ ਬਾਅਦ ਬਨਾਮ ਸਿੱਧੂ ਹੋ ਗਈ। ਸੋ ਜਦੋਂ ਤੋਂ 4.5 ਸਾਲ ਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਇੰਨਾ ਕਨਫਲਿਕਟ ਚੱਲਦਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਆਸ ਹੀ ਲੱਥ ਗਈ ਸੀ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਚੱਲ ਰਹੀ ਜਾਂ ਕਿਸੇ ਪੱਧਰ ਦੇ ਉੱਪਰ ਲੋਕਾਂ ਨੂੰ ਕੋਈ ਸਰਕਾਰੀ ਸਹੂਲਤਾਂ ਮਿਲ ਸਕਦੀਆਂ ਨੇ। ਦੂਸਰੀ ਗੱਲ ਸੀ ਕਿ ਕਿਸਾਨੀ ਅੰਦੋਲਨ ਨੇ ਲੋਕ ਮਾਨਸਿਕਤਾ ਦਾ ਆਪਣੇ ਵੱਲ ਇੰਨਾ ਜ਼ਿਆਦਾ ਧਿਆਨ ਖਿੱਚਿਆ ਹੋਇਆ ਸੀਗਾ, ਅਜੇ ਤੱਕ ਵੀ ਖਿੱਚਿਆ ਹੋਇਆ, ਕਿ ਆਮ ਲੋਕਾਂ ਨੇ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਹਿ ਸਕਦੇ ਹੋ ਕਿ ਜ਼ਰੂਰੀ ਤੇ ਅਸੈਂਸ਼ੀਅਲ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਲੋੜਾਂ ਵੀ ਸੀਗੀਆਂ, ਉਹਨਾਂ ਨੂੰ ਵੀ ਭੁਲਾ ਕੇ ਆਪਣੀ ਸਾਰੀ ਮਾਨਸਿਕਤਾ ਉਸ ਸੰਘਰਸ਼ ਦੇ ਵਿੱਚ ਜਿਹੜੀ ਹੈ ਉਹ ਲਾਈ ਹੋਈ ਸੀ। ਸੋ ਇਸ ਕਰਕੇ ਸਰਕਾਰ ਨੂੰ ਵੀ ਉਹਨਾਂ ਦੇ ਉੱਪਰ ਧਿਆਨ ਦੇਣ ਦੀ ਲੋੜ ਨਹੀਂ ਸੀ ਤੇ ਉਹਨਾਂ ਦਾ ਧਿਆਨ ਵੀ ਸਰਕਾਰ ਦੀ ਰੱਦੋ ਬਦਲ ਤੋਂ ਛੱਡ ਕੇ ਇੱਕ ਵੱਡੇ ਨਿਸ਼ਾਨੇ ਵੱਲ ਕੇਂਦਰਿਤ ਸੀਗਾ। ਸੋ ਪਹਿਲੀ ਗੱਲ ਕਿ ਇਸ ਸਮੇਂ ਦੇ ਵਿੱਚ ਜਿਹੜੇ ਇਹ ਵਰਤਾਰੇ ਵਾਪਰੇ ਨੇ
ਉਹਨਾਂ ਵਰਤਾਰਿਆਂ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ ਹੈ ਕਿ ਬੇਸ਼ੱਕ ਅਸਥਿਰਤਾ ਰਾਜਨੀਤਿਕ ਤੌਰ ਤੇ ਹੋਈ ਪੰਜਾਬ ਦੇ ਵਿੱਚ, ਪਰ ਸਮਾਜਿਕ ਤੌਰ ਤੇ ਇਸ ਦਾ ਅਸਰ ਜਿਹੜਾ ਉਹ ਪੈਣਾ ਹੁਣ ਸ਼ੁਰੂ ਹੋ ਗਿਆ। ਕਾਂਗਰਸ ਦੇ ਵਿੱਚ ਜੋ ਕੁਝ ਹੋਇਆ ਹੈ, ਅੱਜ ਦੇ ਸਮੇਂ ਦੇ ਵਿੱਚ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਅਸੀਂ ਸਿੱਧੂ ਦੇ ਜੇਕਰ ਮੈਂ ਖਾਸ ਕਰਕੇ ਜੇ ਉਹਦੇ ਅਸਤੀਫੇ ਦੀ ਜਿਹੜੀ ਸ਼ਬਦਾਵਲੀ ਉਸ ਨੂੰ ਵੇਖਾਂ, ਤੇ ਜਦੋਂ ਤੁਸੀਂ ਉਸ ਨੂੰ ਬੜਾ ਮਾਈਕਰੋਸਕੋਪਿਕ ਐਨਾਲਾਈਜ਼ ਕਰੋਗੇ ਤੇ ਤੁਹਾਨੂੰ ਇੰਜ ਲੱਗੇਗਾ ਕਿ ਜਿਹੜੀ ਸਿੱਧੂ ਦੇ ਅਸਤੀਫੇ ਦੀ ਸ਼ਬਦਾਵਲੀ ਹੈ ਨਾ, ਉਹਦੇ ਤੋਂ ਇੰਜ ਲੱਗਦਾ ਹੈ ਕਿ ਨੈਤਿਕ ਤੌਰ ਤੇ ਤੁਸੀਂ ਸਮਝੌਤਾਵਾਦੀ ਹੋ ਜਾਂਦੇ ਹੋ ਤੇ ਤੁਹਾਡਾ ਪਤਨ ਹੋ ਜਾਂਦਾ ਹੈ। ਸੋ ਉਹਦੇ ਤੋਂ ਸ਼ਬਦਾਵਲੀ ਤੋਂ ਬਿਲਕੁਲ ਇੰਜ ਲੱਗਦਾ ਹੈ ਕਿ ਪੰਜਾਬ ਦੇ ਪ੍ਰਤੀ ਉਸ ਦੀ ਜਿਹੜੀ ਹਮਦਰਦੀ ਆ ਉਹ ਪ੍ਰਗਟ ਹੋ ਰਹੀ ਹੈ। ਪਰ ਇੱਕ ਗੱਲ ਹੋਰ ਵੀ ਹੈ ਕਿ ਜੇਕਰ ਸਿੱਧੂ ਦੀ ਹਮਦਰਦੀ ਪੰਜਾਬ ਦੇ ਪ੍ਰਤੀ ਪ੍ਰਗਟ ਹੋ ਰਹੀ ਹੈ ਤਾਂ ਫਿਰ ਹਾਈਕਮਾਂਡ ਕੌਣ ਹੈ? ਕਾਂਗਰਸ ਹਾਈਕਮਾਂਡ। ਇਸ ਦਾ ਮਤਲਬ ਕਿ ਜਿਹੜੀ ਕਾਂਗਰਸੀ ਧਿਰ ਜਿਹੜੀ ਰਾਜ ਸੱਤਾ ਦੇ ਉੱਪਰ ਕਾਬਜ਼ ਇੰਨਾ ਸਮਾਂ ਰਹੀ ਹੈ ਤੇ ਅੱਜ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਰਾਜਸੀ ਸ਼ਕਤੀ ਸੀ, ਉਹ ਕਿਤੇ ਨਾ ਕਿਤੇ ਪੰਜਾਬ ਦੀ ਭਲਾਈ ਦੇ ਵਾਸਤੇ ਜਾਂ ਪੰਜਾਬ ਦੀ ਵੈਲਫੇਅਰ ਦੇ ਵਾਸਤੇ ਇਮਾਨਦਾਰ ਨਹੀਂ ਹੈਗੇ। ਪਹਿਲੀ ਗੱਲ ਤਾਂ ਉਸ ਧਿਰ ਤੋਂ ਹੀ ਇੱਕ ਗੱਲ ਸਾਡੇ ਸਾਹਮਣੇ ਆ ਗਈ। ਦੂਜੀ ਗੱਲ ਜਿਹੜੀ ਰਾਜਨੀਤਿਕ ਵਿਸ਼ਲੇਸ਼ਣਕਰਤਾ ਨੇ, ਜਿਹੜੀ ਉਹਨਾਂ ਦੇ ਮੁਤਾਬਕ ਹੈ, ਤੁਸੀਂ ਜਿੰਨੀਆਂ ਵੀ ਅਖਬਾਰਾਂ ਨੂੰ ਪੜ੍ਹੋ, ਜਿੰਨੇ ਵੀ ਆਰਟੀਕਲ ਆਏ ਨੇ, ਉਹਦੇ ਵਿੱਚ ਇੰਜ ਲੱਗ ਰਿਹਾ ਹੈ ਕਿ ਨਹੀਂ, ਮੁੱਦੇ ਜਿਹੜੇ ਨੇ ਉਹੀ ਨੇ, ਮੁੱਦੇ ਉਹੀ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਹੋਂਦ ਦੇ ਵਿੱਚ ਆਈ ਸੀ। ਉਹ ਚਾਹੇ ਨਸ਼ੇ ਦੀ ਗੱਲ ਸੀ, ਚਾਹੇ ਰੇਤ ਮਾਫੀਏ ਦੀ ਗੱਲ ਸੀ, ਚਾਹੇ ਬਰਗਾੜੀ ਕਾਂਡ ਦੀ ਗੱਲ ਸੀ, ਜਾਂ ਉਸ ਤੋਂ ਬਾਅਦ ਇਨਸਾਫ ਦੀ ਗੱਲ ਸੀ। ਮੁੱਦੇ ਸਾਰੇ ਉਹੀ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਨੇ ਅਕਾਲੀ ਦਲ ਨੂੰ ਹਾਸ਼ੀਏ ਤੇ ਲੈ ਆਂਦਾ ਤੇ ਕਾਂਗਰਸ ਨੂੰ ਰਾਜ ਸੱਤਾ ਸੌਂਪ ਦਿੱਤੀ। ਪਰ ਕਾਂਗਰਸ ਦੇ ਵੱਲੋਂ ਵੀ ਇਹਨਾਂ ਸਾਰਿਆਂ ਮੁੱਦਿਆਂ ਨੂੰ ਜਿਉਂਦਾ ਤਿਉਂ ਅਸੀਂ ਕਹਿ ਸਕਦੇ ਹਾਂ ਕਿ ਸਟੈਂਡ ਸਟਿਲ ਐਗਰੀਮੈਂਟ ਬਣ ਗਿਆ ਇੱਕ ਤਰ੍ਹਾਂ ਦੇ ਨਾਲ, ਕਿ ਉਹਨਾਂ ਮੁੱਦਿਆਂ ਦੇ ਉੱਪਰ ਇੱਕ ਕਦਮ ਵੀ ਨਹੀਂ ਵਧਾਇਆ ਗਿਆ। ਸੋ ਉਹਦੇ ਕਰਕੇ ਕੀ ਹੋਇਆ ਕਿ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਕਨਫਲਿਕਟ ਪੈਦਾ ਹੋਇਆ, ਮੁੱਦੇ ਉਹਦੇ 'ਚ ਵੀ ਉਹੀ ਰਹੇ। ਤੁਸੀਂ ਮੁੱਦਿਆਂ ਦੀ ਗੱਲ ਕਰੀਏ ਜੀ, ਅਕਾਲੀ ਦਲ ਦੀ ਗੱਲ ਕਰੀਏ, ਅੱਜ ਅਕਾਲੀ ਦਲ ਵੀ ਇੱਕ ਪ੍ਰੋਟੈਸਟ ਕਰਦਾ ਨਜ਼ਰ ਆਇਆ। ਉਹ ਕਹਿੰਦਾ ਅਸੀਂ ਭਾਰਤਮਾਲਾ ਦੇ ਅਧੀਨ ਜਿਹੜਾ ਵੀ ਇਨਕੁਆਇਰ ਕਰੀਆਂ ਜ਼ਮੀਨਾਂ, ਤਾਂ ਉਹਨਾਂ ਦੇ ਹੱਕ ਦੀ ਅਸੀਂ ਲੜਾਈ ਲੜ ਰਹੇ ਹਾਂ। 30 ਲੱਖ ਰੁਪਇਆ ਮੁੱਲ ਦੇ ਰਹੇ ਨੇ, ਪਰ ਅਸੀਂ ਉਹਨਾਂ ਨੂੰ ਕਰੋੜ ਰੁਪਇਆ ਦਿਵਾਉਣ ਤੱਕ ਅਸੀਂ ਇੱਕ ਲੜਾਈ ਕਰ ਰਹੇ ਹਾਂ, ਇੱਕ ਟਰੈਕਟਰ ਮਾਰਚ ਕਰਾਂਗੇ। ਉਹਨਾਂ ਨੇ ਵੀ ਅੱਜ ਪ੍ਰੋਟੈਸਟ ਕਰਿਆ। ਤੇ ਕੁਝ ਦਿਨ ਪਹਿਲਾਂ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਦੋਂ ਸਵਾਲ ਕਰਦੇ ਹਾਂ ਤਾਂ ਉਹ ਸਾਨੂੰ ਹੀ ਕਹਿੰਦੇ ਨੇ ਕਿ ਇੱਕ ਚੈਨਲ ਕਿਤੇ ਬਾਦਲਾਂ ਦਾ ਤਾਂ ਨਹੀਂ ਹੈਗਾ। ਕੀ ਇਹ ਜਾਇਜ਼ ਆ ਸਿਆਸਤ ਦੇ ਵਿੱਚ? ਵੇਖੋ, ਰਾਜਨੀਤੀ ਦੇ ਵਿੱਚ ਜਦੋਂ ਸਥਾਪਿਤ ਧਿਰ ਦੇ ਖਿਲਾਫ ਸੰਘਰਸ਼ ਕਰਨਾ ਹੁੰਦਾ ਤਾਂ ਜਿਹੜੀਆਂ ਸਟ੍ਰੀਮਲਾਈਨ ਪੋਲਿਟਿਕਸ ਹੁੰਦੀ ਆ, ਉਹਦੇ ਵਿੱਚ ਕੌਨਫਲਿਕਟ ਦੀ ਜਦੋਂ ਤੁਸੀਂ ਰਾਜਨੀਤੀ ਲੈ ਕੇ ਆਉਣੀ ਹੁੰਦੀ ਆ ਤਾਂ ਤੁਹਾਨੂੰ ਜਿਹੜੇ ਛੋਟੇ ਮੁੱਦੇ ਨੇ ਉਹਨਾਂ ਨੂੰ ਵੱਡਿਆਂ ਮੁੱਦਿਆਂ ਦੀ ਪੇਸ਼ਕਾਰੀ ਦੇ ਰੂਪ 'ਚ ਲੈ ਕੇ ਆਉਣਾ ਪੈਂਦਾ। ਹੁਣ ਜਿਹੜੇ ਮੁੱਦਿਆਂ ਦੀ ਅੱਜ ਗੱਲ ਕੀਤੀ ਜਾਂਦੀ ਹੈ ਕਿ ਆਹ ਗੱਲ ਕਾਂਗਰਸ ਦੇ ਵੱਲੋਂ ਇੰਜ ਕੀਤਾ ਗਿਆ, ਪਰ ਸਾਡੀ ਰਾਜ ਸੱਤਾ ਆਵੇਗੀ ਤੇ ਅਸੀਂ ਇੰਜ ਕਰਾਂਗੇ, ਕਿਤੇ ਨਾ ਕਿਤੇ ਉਹ ਤੁਸੀਂ ਰਾਜ ਸੱਤਾ ਦੇ ਵਿੱਚ ਪਹਿਲਾਂ ਰਹਿ ਚੁੱਕੇ ਹੁੰਦੇ ਹੋ ਔਰ ਤੁਹਾਡੇ ਕੋਲ ਅਧਿਕਾਰ ਖੇਤਰ ਵੀ ਰਿਹਾ ਹੁੰਦਾ, ਤੁਸੀਂ ਉਹਨਾਂ ਮੁੱਦਿਆਂ ਨੂੰ ਉਦੋਂ ਹੱਲ ਕਿਉਂ ਨਹੀਂ ਕੀਤਾ? ਇਹਦਾ ਮਤਲਬ ਕਿ ਅੱਜ ਜੇਕਰ ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਤੁਸੀਂ ਵਿਰੋਧ ਦੀ ਰਾਜਨੀਤੀ ਦੇ ਵਿੱਚ, ਤੁਸੀਂ ਪੰਜਾਬ ਦੀ ਭਲਾਈ ਦੇ ਵਾਸਤੇ ਭਵਿੱਖ ਦੇ ਬਾਰੇ ਚਿੰਤਨ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਜਿਹੜੀ ਮੈਂ ਕਰ ਰਿਹਾ ਸੀਗਾ ਕਿ ਜਿਹੜਾ ਰਾਜਨੀਤਿਕ ਵਿਸ਼ਲੇਸ਼ਣਕਰਤਾ ਨੇ, ਉਹ ਜਦੋਂ ਸਿੱਧੂ ਨੂੰ ਇਸ ਰੂਪ 'ਚ ਵੇਖ ਰਹੇ ਨੇ ਕਿ ਸ਼ਾਇਦ ਉਹਦੇ ਅਸਤੀਫੇ ਦਾ ਕਾਰਨ ਜਿਹੜਾ ਹੈ ਉਹਦੀ ਕਿੰਗ ਤੇ ਕਿੰਗ ਮੇਕਰ ਦੀ ਭੂਮਿਕਾ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਰਾਜਨੀਤੀ 'ਚ ਸਿੱਧੂ ਨੇ ਇਹਨਾਂ ਮੁੱਦਿਆਂ ਨੂੰ ਚੁੱਕਿਆ, ਉਹਨਾਂ ਮੁੱਦਿਆਂ ਨੂੰ ਚੁੱਕਣ ਕਰਕੇ ਜਿਹੜੀ ਪੰਜਾਬ ਦੇ 'ਚ ਇੱਕ ਵੱਡੀ ਪੱਧਰ ਉੱਪਰ ਸੱਤਾ ਤਬਦੀਲੀ ਹੋਈ, ਉਸ ਸੱਤਾ ਤਬਦੀਲੀ ਦੇ ਵਿੱਚ ਹੀ ਜਿਹੜਾ ਸਭ ਤੋਂ ਵੱਧ, ਜਦੋਂ ਅਸੀਂ ਗੱਲ ਕਰਦੇ ਨਾ ਕਿ ਫਾਸਿਜ਼ਮ, ਕਿ ਫਾਸ਼ੀਵਾਦੀ ਸਟੇਟ ਆ, ਤੇ ਫਾਸਿਜ਼ਮ ਦਾ ਇੱਕ ਅਹਿਮ ਲੱਛਣ ਹੁੰਦਾ ਹੈ ਕਿ ਭੈ ਦੇਣਾ ਤੇ ਭੈ ਦਿਖਾਉਣਾ। ਸੋ ਇੱਕਦਮ ਭੈ ਦਿਖਾਉਣ ਦਾ ਜਿਹੜਾ ਫਾਸਿਜ਼ਮ ਦੀ ਪ੍ਰਕਿਰਿਆ ਸੀ ਸ਼ੁਰੂ ਹੋ ਗਈ ਕਿ ਸਿੱਧੂ ਜਿਹੜਾ ਹੈ ਨਾ, ਇਹਦੀ ਸੋਚ ਦੇਸ਼ ਦੀ ਸੁਰੱਖਿਆ ਦੇ ਵਾਸਤੇ ਖਤਰਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਸ ਵੇਲੇ ਟਵੀਟ ਕਰ ਦਿੱਤਾ ਗਿਆ। ਸੋ ਮੈਨੂੰ ਉਸ ਦਿਨ ਤੋਂ ਹੀ ਸੋਚ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਫਾਸਿਸਟ ਥਿੰਕਿੰਗ ਹੁੰਦੀ ਹੈ ਕਿ ਡਰ ਦੀ ਰਾਜਨੀਤੀ ਕਰਨੀ, ਕਿ ਨਹੀਂ ਜੀ ਇਹਦੇ ਸੱਤਾ 'ਚ ਆਉਣ ਦੇ ਨਾਲ ਸਾਡੇ ਵਾਸਤੇ ਇੱਕ ਡਰ ਪੈਦਾ ਹੋ ਜਾਵੇਗਾ। ਸੋ ਇਹ ਜਿਹੜੀ ਡਰ ਦੀ ਰਾਜਨੀਤੀ ਹੁੰਦੀ ਹੈ, ਇਹ ਹਮੇਸ਼ਾ ਫਾਸਿਜ਼ਮ ਦਾ ਇੱਕ ਹਿੱਸਾ ਹੁੰਦਾ। ਅਸੀਂ ਕਹਿੰਦੇ ਹਾਂ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ, ਤੇ ਇਹ ਫਾਸਿਜ਼ਮ ਦਾ ਪਹਿਲਾ ਲੱਛਣ ਹੁੰਦਾ। ਉਸ ਲੱਛਣ ਦੇ ਵਿੱਚੋਂ ਜਦੋਂ ਅਸੀਂ ਵੇਖਦੇ ਹਾਂ ਕਿ ਸਿੱਧੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਫੇਰ ਬਦਲ ਕਰਕੇ ਕਿੰਗ ਮੇਕਰ ਤੇ ਬਣ ਗਿਆ, ਪਰ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਜਿਹੜਾ ਦਲਿਤ ਭਾਈਚਾਰੇ ਦੇ ਵਿੱਚੋਂ ਸੀਐਮ ਬਣਾ ਕੇ ਅਗਲਾ ਪੱਤਾ ਖੇਡਿਆ ਗਿਆ, ਸਿੱਧੂ ਨੂੰ ਇੰਜ ਲੱਗਾ ਕਿ ਕਾਂਗਰਸ ਹਾਈ ਕਮਾਂਡ ਮੈਨੂੰ ਹੁਣ ਪੰਜਾਬ ਦਾ ਅਗਲਾ ਸੀਐਮ ਬਣਾਉਣ ਦੇ ਵਾਸਤੇ ਮੈਂ ਕਿੰਗ ਮੇਕਰ ਤੇ ਬਣ ਗਿਆ, ਪਰ ਸ਼ਾਇਦ ਕਿੰਗ ਬਣਨ ਦੇ ਰਾਹ ਦੇ ਵਿੱਚ ਬਹੁਤ ਸਾਰੇ ਰੋੜੇ ਖੜੇ ਹੋ ਗਏ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡਾ ਕਾਰਨ ਸੀ। ਕਿਤੇ ਨਾ ਕਿਤੇ ਇਹ ਵੀ ਕਾਰਨ ਮੰਨਦੇ ਹੋ ਸਿੱਧੂ ਦਾ ਜਿਹੜਾ ਅਸਤੀਫਾ ਦੇਣ ਦਾ ਕਾਰਨ, ਇਹ ਵੀ ਮੰਨਦੇ ਹੋ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਸੀਐਮ ਲਾ ਦਿੱਤਾ ਗਿਆ, ਵੀ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਚੰਨੀ ਨੂੰ ਹੀ ਨਾ ਲੱਗਿਆ ਰਹਿਣ ਦੇਣ? ਵੇਖੋ, ਜਿਸ ਤਰ੍ਹਾਂ ਨਾਲ 4-5 ਜਣਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਲੋਕ ਮਾਨਸਿਕਤਾ ਨੂੰ ਆਪਣੇ ਵੱਲ ਖਿੱਚਿਆ, ਤਾਂ ਕਿਤੇ ਨਾ ਕਿਤੇ ਜਿਹੜੇ ਜਿਹਨੂੰ ਅਸੀਂ ਦੋਵੇਂ ਪੱਧਰ ਦੇ ਆਗੂ ਕਹਿੰਦੇ ਹਾਂ ਕਿ ਸੈਕੰਡ ਲੈਵਲ ਜਿਹੜੀ ਲੀਡਰਸ਼ਿਪ ਹੁੰਦੀ ਆ ਸੀਐਮ ਤੋਂ ਥੱਲੇ, ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਤਾਂ ਘਰ ਕਰ ਗਈ ਹੈ ਕਿ ਜੇਕਰ ਚਰਨਜੀਤ ਸਿੰਘ ਜਿਹੜਾ ਹੈ ਨਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਤੇ ਜਿਸ ਤਰ੍ਹਾਂ ਦੇ ਨਾਲ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਹੈ ਜਾਂ ਹਰ ਵੇਲੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਤੇ ਸੱਚ ਜਾਣਿਓ ਜਿਹੜਾ ਹਜ਼ਾਰ ਬੰਦਾ ਸਿਕਿਉਰਿਟੀਆਂ ਰੱਖਣ ਵਾਲੇ ਵੱਡੇ ਅਮੀਰ ਘਰਾਣਿਆਂ ਦੇ ਵਿੱਚੋਂ ਰਾਜਨੀਤੀ ਦੀ ਲਾਲਸਾ ਰੱਖਣ ਵਾਲੇ ਲੋਕ ਸੀ, ਕਿਤੇ ਨਾ ਕਿਤੇ
ਤੇ ਉਹਨਾਂ ਦੇ ਵਾਸਤੇ ਸਮੱਸਿਆਵਾਂ ਤਾਂ ਆਈਆਂ ਨੇ। ਸੋ ਗੱਲਬਾਤ ਜਾਰੀ ਹੈਗੀ, ਪਰ ਇੱਕ ਦੱਸਦੀ ਇਹ ਗੱਲ ਕਿ ਅੱਜ ਦੀ ਜਿਹੜੀ ਸਿਆਸਤ ਇੱਕ ਬਹੁਤ ਹੀ ਫੇਰ ਬਦਲ ਹੋਇਆਗਾ ਸਿਆਸਤ ਦੇ ਵਿੱਚ। ਉਦੋਕੇ ਸਾਹਿਬ ਜੇ ਗੱਲ ਕਰੀਏ ਸਿਆਸਤ ਦੀ, ਤਾਂ ਸਿਆਸਤ ਦੇ ਵਿੱਚ ਸਿੱਧੂ ਅਸਤੀਫਾ ਦਿੰਦਾ ਤਾਂ ਰਜੀਆ ਸੁਲਤਾਨਾ ਵੀ ਨਾਲ ਦੀ ਨਾਲ ਅਸਤੀਫਾ ਦੇ ਦਿੰਦੀ ਆ, ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਕਹਿੰਦੇ ਨੇ ਅਸੀਂ ਮਨਾਵਾਂਗੇ। ਕੀ ਸਿੱਧੂ ਮੰਨਣਗੇ ਹੁਣ? ਜਿਸ ਕਹਿ ਸਕਦੇ ਹੋ ਕਿ ਮੰਗ ਦੀ ਪੂਰਤੀ ਨੂੰ ਲੈ ਕੇ ਸਿੱਧੂ ਨੂੰ ਮਨਾਉਣ ਦੇ ਯਤਨ ਹੋਣਗੇ, ਉਹਦੇ 'ਚ ਇੱਕ ਤਾਂ ਧਿਰ ਪ੍ਰਸ਼ਾਸਨਿਕ ਹੋਵੇਗੀ, ਇੱਕ ਧਿਰ ਰਾਜਨੀਤਿਕ ਹੋਵੇਗੀ। ਕਿਉਂਕਿ ਸਿੱਧੂ ਨੇ ਜਦੋਂ ਆਪਣੀ ਅਸਤੀਫੇ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਸਮਝੌਤਾਵਾਦੀ ਨੀਤੀ ਨਹੀਂ ਅਪਣਾਈ ਜਾਵੇਗੀ, ਮਨੁੱਖ ਦੇ ਪਤਨ ਦਾ ਕਾਰਨ ਬਣ ਜਾਂਦੀ ਹੈ। ਸੋ ਉਹਦੇ ਸਾਹਮਣੇ ਸਮਝੌਤਾਵਾਦੀ ਨੀਤੀ ਸੀ ਕਿ ਡੀਜੀਪੀ ਨੂੰ ਪ੍ਰਵਾਨ ਕਰਨਾ ਤੇ ਐਡੀਸ਼ਨਲ ਜਿਹੜਾ ਆਪਣਾ ਸੀਗਾ ਐਡਵੋਕੇਟ ਜਨਰਲ ਉਸ ਨੂੰ ਪ੍ਰਵਾਨ ਕਰਨਾ, APS ਦਿਓਲ ਨੂੰ, ਤੇ ਦੂਸਰੇ ਪਾਸੇ ਇਕਬਾਲਪ੍ਰੀਤ ਸਹੋਤਾ ਨੂੰ ਪ੍ਰਵਾਨ ਕਰਨਾ। ਦੂਜੇ ਬੰਨੇ ਸੀ ਗੁਰਜੀਤ ਰਾਣਾ ਨੂੰ, ਸਿਆਸੀ ਧਿਰ ਦੇ ਵਿੱਚ ਉਹਨੂੰ ਪ੍ਰਵਾਨ ਕਰਨਾ। ਹੁਣ ਕਾਂਗਰਸ ਦੇ ਵਾਸਤੇ ਸਮੱਸਿਆ ਇਹ ਹੋ ਗਈ ਕਿ ਜਿਹੜੀ ਧਿਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਸਿੱਧੂ ਨੂੰ ਮਨਾਉਣ ਦਾ ਯਤਨ ਕਰਾਂਗੇ, ਜੇਕਰ ਉਹ ਸਿੱਧੂ ਨੂੰ ਮਨਾਉਂਦੇ ਨੇ ਤਾਂ ਫਿਰ ਪ੍ਰਸ਼ਾਸਨਿਕ ਧਿਰ ਦੇ ਵਿੱਚੋਂ ਤੇ ਰਾਜਨੀਤਿਕ ਧਿਰ ਦੇ ਵਿੱਚੋਂ ਵੱਡੇ ਚਿਹਰੇ ਜਿਹੜੇ ਲਾਂਭੇ ਕਰਨੇ ਪੈਂਦੇ ਨੇ। ਤੇ ਕਾਂਗਰਸ ਦੇ ਵਾਸਤੇ ਹੁਣ ਅਗਲੀ ਸਮੱਸਿਆ ਪੈਦਾ ਹੋਵੇਗੀ ਕਿ ਜੇ ਉਹ ਚਿਹਰੇ ਲਾਂਭੇ ਕੀਤੇ ਜਾਂਦੇ ਨੇ ਤੇ ਕਾਂਗਰਸ ਦੇ 'ਚ ਇੱਕ ਧੜਾ ਹੋਰ ਪੈਦਾ ਕੀਤਾ ਜਾ ਸਕਦਾ ਜਿਹੜਾ ਹੋਰ ਲਾਂਭੇ ਹੋ ਸਕਦਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੁਣ ਤੱਕ, ਕੱਲ ਨੂੰ ਇਹਦਾ ਪ੍ਰਤੀ ਜਿਹੜੇ ਰਾਜਨੀਤਿਕ ਸਮੀਕਰਨ ਹੈ ਕਿਸ ਤਰ੍ਹਾਂ ਬਦਲਦੇ ਕੁਝ ਕਿਹਾ ਨਹੀਂ ਜਾ ਸਕਦਾ। ਅੱਜ ਦੀ ਤਰੀਕ 'ਚ ਹੀ ਲੱਗਦਾ ਹੈ ਕਿ ਕਾਂਗਰਸ ਦੇ ਵਾਸਤੇ ਬੈਟਰ ਆਪਸ਼ਨ ਇਹੀ ਹੋਣਗੇ ਕਿ ਉਹ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਨਵਾਂ ਪੰਜਾਬ ਦਾ ਕੋਈ ਪ੍ਰਧਾਨ ਲਾ ਦੇਣਗੇ। ਜੇ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਂ ਕਹਿ ਦਿੱਤਾ ਗਿਆ ਕਿ ਪੁਰਾਣਾ ਪ੍ਰਧਾਨ ਲੱਗਣਾ ਚਾਹੀਦਾ, ਸਨੀ ਜਾਖੜ ਨੂੰ ਲਾ ਦਿਓ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਾ ਕੇ ਕਿਸੇ ਟਾਈਮ ਅਕਾਲੀ ਦਲ ਵੀ ਇਸੇ ਤਰ੍ਹਾਂ ਟੁੱਟਿਆ ਸੀ ਤੇ ਜਿਵੇਂ ਅੱਜ ਕਾਂਗਰਸ ਟੁੱਟੀ ਹੈ। ਬਿਲਕੁਲ, ਵੇਖੋ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਰਹੀ ਹੈ, ਜਦੋਂ ਅਸੀਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਪਰ, ਤਾਂ ਪੰਜਾਬ ਦੀਆਂ ਜਿੰਨਾ ਵੀ ਰਾਜਨੀਤਿਕ ਧਿਰਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਿਸਾਹਘਾਤ ਕੀਤੇ ਨੇ, ਅੰਤ ਉਹਨਾਂ ਨੂੰ ਇਸੇ ਤਰ੍ਹਾਂ ਹੀ ਖੁਆਰ ਹੋਣਾ ਪਿਆ। ਜੇ ਆਪਾਂ ਗੱਲ ਕਰਦੇ ਹਾਂ ਤਾਂ ਸਿੱਧੂ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੀ ਦੇਖਦੇ ਹੋ? ਜਿਵੇਂ ਉਹਨੇ ਸਟੇਜ ਤੋਂ ਭਾਸ਼ਣ ਕਰਿਆ ਕਿ ਪੰਜਾਬ ਦੇ ਮਸਲੇ ਬਹੁਤ ਨੇ, ਇਹ ਪੰਜਾਬੀ ਜਿਹੜੇ ਖੜੇ ਨੇ ਮੇਰੀ ਪੱਗ ਦੇ ਲੜ ਨੇ, ਕੱਲਾ ਕੱਲਾ ਲਾੜਾ, ਇੱਦਾਂ ਦੇ ਭਾਸ਼ਣ ਕਰਕੇ ਲੋਕਾਂ ਨੂੰ ਹੀ ਖਿੱਚਿਆ ਕਿ ਬਾਕੀ ਉਹਨੇ ਅੰਦਰੋਂ ਦਿਲ ਤੋਂ ਭਾਵਨਾਵਾਂ ਸੀ? ਦੋ ਰੂਪ ਹੁੰਦੇ ਆ ਕਿ ਜਦੋਂ ਤੁਸੀਂ ਕਿਸ ਨੂੰ ਵੇਖ ਰਹੇ ਹੁੰਦੇ ਹੋ, ਇੱਕ ਤੇ ਤੁਹਾਡਾ ਸ਼ੱਕ ਦਾ ਨਜ਼ਰੀਆ ਹੁੰਦਾ ਹੈ ਤੇ ਇੱਕ ਤੁਹਾਡਾ ਸਾਰਥਕ ਨਜ਼ਰੀਆ ਹੁੰਦਾ ਹੈ। ਤਾਂ ਸਿੱਧੂ ਦੇ ਜੇ ਅਸੀਂ ਦੋਵੇਂ ਰੂਪ ਵੇਖਦੇ ਹਾਂ ਤੇ ਉਹਦੇ 'ਚ ਦੋ ਗੱਲਾਂ ਸਾਹਮਣੇ ਆਉਂਦੀਆਂ ਕਿ ਉਹਦੀ ਪੰਜਾਬ ਦੇ ਪ੍ਰਤੀ ਹਮਦਰਦੀ ਵੀ ਹੋ ਸਕਦੀ ਹੈ ਤੇ ਉਹਦੀ ਆਪਣੀ ਨਿੱਜੀ ਹਉਮੈ ਵੀ ਹੋ ਸਕਦੀ ਹੈ। ਜੇਕਰ ਇਹ ਸਭ ਕੁਝ ਨਿੱਜੀ ਹਉਮੈ ਦੇ ਵਿੱਚੋਂ ਨਿਕਲ ਰਿਹਾ ਕਿ ਉਹਦਾ ਬਾਰ-ਬਾਰ ਅਸਤੀਫਾ ਦੇਣਾ ਤੇ ਜਾਂ ਆਪਣੀ ਮਰਜ਼ੀ ਦੇ ਆਗੂ ਪ੍ਰਣਾਲੀ ਨੂੰ ਅੱਗੇ ਲੈ ਕੇ ਆਉਣਾ, ਫਿਰ ਤਾਂ ਉਹਦੀ ਗੱਲ ਹਉਮੈ ਤੱਕ ਸੀਮਤ ਹੈ। ਪਰ ਜੇਕਰ ਸੱਚਮੁੱਚ ਹੀ ਉਹ ਪੰਜਾਬ ਦੇ ਪ੍ਰਤੀ ਸੁਹਿਰਦ ਹੈ, ਜਿਸ ਤਰ੍ਹਾਂ ਉਸਦੇ ਅਸਤੀਫੇ ਤੋਂ ਲੱਗ ਰਿਹਾ ਤੇ ਜਿਸ ਤਰ੍ਹਾਂ ਦੇ ਨਾਲ ਉਸਨੇ ਅੱਜ ਵੀ ਲਾਈਵ ਹੋ ਕੇ ਜਿਹੜੀਆਂ ਗੱਲਾਂ ਨੂੰ ਕੀਤੀਆਂ, ਤੇ ਜੇਕਰ ਇਹ ਗੱਲਾਂ ਪੰਜਾਬ ਦੀ ਹਮਦਰਦੀ ਦੇ ਵਿੱਚੋਂ ਆ ਰਹੀਆਂ, ਤੇ ਮੈਂ ਸੋਚਦਾ ਕਿ ਜੇਕਰ ਉਹ ਇਸ ਕੌਨਫਲਿਕਟ ਦੀ ਪੋਲਿਟਿਕਸ ਦੇ ਵਿੱਚ ਆ ਕੇ ਸੱਚਮੁੱਚ ਹੀ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਜਵਾਬਦੇਹ ਬਣਾਉਣਾ ਚਾਹੁੰਦਾ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ। ਉਦੋਕੇ ਸਾਹਿਬ ਇੱਕ ਬਿਆਨ ਹੋਰ ਵੀ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ, ਕਹਿੰਦਾ ਜੇਕਰ ਸਾਡੀ ਸਰਕਾਰ ਹੋਈ ਤਾਂ ਅਸੀਂ 3 ਰੁਪਏ ਬਿਜਲੀ ਕਰ ਦਿਆਂਗੇ। ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਕਮਾਨ ਹੇਠ ਹੀ ਨਵੇਂ CM ਲੱਗੇ ਨੇ, ਸਾਰਾ ਕੁਝ ਨਵਾਂ ਹੋਇਆਗਾ, ਲੱਗ ਨਹੀਂ ਰਿਹਾ ਵੀ ਉਹ ਮੁੱਦਿਆਂ ਦੇ ਉੱਪਰ ਗੱਲਬਾਤ ਹੋਏਗੀ। ਜਦੋਂ ਉਸਨੇ ਸਾਡੀ ਸਰਕਾਰ ਦੀ ਗੱਲ ਕੀਤੀ ਸੀ ਤੇ ਦਰਅਸਲ ਉਦੋਂ ਸੀਗੀ ਤਾਂ ਕਾਂਗਰਸ ਸਰਕਾਰ ਹੀ, ਪਰ ਇੰਜ ਲੱਗਦਾ ਸੀ ਕਿ ਕਾਂਗਰਸ ਦੇ ਵਿੱਚ ਇੱਕ ਵੱਡੀ ਤਬਦੀਲੀ ਆਵੇਗੀ। ਸੋ ਜਿਹੜੀ ਕਾਂਗਰਸ ਦੇ ਵਿੱਚ ਰਾਜਸੀ ਪੱਧਰ ਦੇ ਉੱਪਰ ਨੇਤਾਵਾਂ ਦੀ ਤਬਦੀਲੀ ਆਈ, ਉਹਦੇ ਵਿੱਚ ਉਸਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਆਈ, ਭਾਵ ਕਿ ਜਦੋਂ ਰਾਜ ਸੱਤਾ ਸਾਡੀ ਧਿਰ ਦੇ ਕੋਲ ਹੋਈ। ਪਰ ਮੈਨੂੰ ਇੰਜ ਲੱਗਦਾ ਹੈ ਕਿ ਉਹ ਇਸ ਕਰਕੇ ਨਹੀਂ ਕਰ ਸਕੇਗਾ ਕਿ ਜਿਹੜੀ ਧਿਰ ਸਾਹਮਣੇ ਆਈ ਹੈ ਉਹ ਧਿਰ ਉਹ ਹੈ ਹੀ ਨਹੀਂ ਜਿਸ ਨੂੰ ਉਹ ਚਾਹੁੰਦਾ ਸੀ, ਇਸ ਕਰਕੇ ਅਜੇ ਸੰਭਵ ਨਹੀਂ ਹੈ। ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਕਿਹੜੀ ਧਿਰ ਨੂੰ ਚਾਹੁੰਦਾ ਸੀ ਉਹ, ਵੀ ਆਹ ਬੰਦੇ ਹੋਣੇ ਚਾਹੀਦੇ ਨੇ, ਜਿਹੜਾ ਕਾਂਗਰਸ ਦੇ ਵਿੱਚ ਮੰਤਰੀ ਬਣਨੇ ਚਾਹੀਦੇ ਨੇ, ਕਿਸ ਨੂੰ ਚਾਹੁੰਦਾ ਸੀ ਉਹ? ਬੇਸ਼ੱਕ ਅਜੇ ਸਿੱਧੂ ਦੇ ਵੱਲੋਂ ਲਿਸਟ ਲੀਕ ਨਹੀਂ ਕੀਤੀ ਗਈ, ਆਊਟ ਨਹੀਂ ਕੀਤੀ ਗਈ, ਪਰ ਕੁਝ ਨਾਮ ਜਿਹੜੇ ਮੀਡੀਆ ਦੇ ਵਿੱਚ ਆਏ ਕਿ ਜਿਨ੍ਹਾਂ ਦੇ ਬਾਰੇ ਉਸਨੇ ਕਿਹਾ ਸੀ ਕਿ ਇਹਨਾਂ ਨੂੰ ਮੰਤਰੀ ਲਾਉਣਾ ਚਾਹੀਦਾ, ਔਰ ਕੁਝ ਦੇ ਉੱਪਰ ਉਹਨੂੰ ਇਤਰਾਜ਼ ਵੀ ਸੀ ਜਿਹੜੇ ਮੌਜੂਦਾ ਤੌਰ ਤੇ ਬਣਾਏ ਗਏ, ਜਿਹਦੇ ਵਿੱਚ ਗੁਰਪ੍ਰੀਤ ਕੋਟਲੀ ਜਿਹੜੇ ਨੇ ਉਹਦੇ ਉੱਪਰ ਉਸਨੇ ਇਤਰਾਜ਼ ਜ਼ਾਹਿਰ ਕੀਤਾ ਸੀਗਾ। ਇਸੇ ਤਰ੍ਹਾਂ ਗੁਰਜੀਤ ਰਾਣਾ ਦੇ ਉੱਪਰ, ਸ਼ਾਇਦ ਬ੍ਰਹਮ ਮਹਿੰਦਰਾ ਦੇ ਉੱਪਰ ਵੀ, ਇਸੇ ਤਰ੍ਹਾਂ ਇੱਕ ਹੋਰ ਲੇਡੀ ਮਿਨਿਸਟਰ ਨੇ, ਉਹਨਾਂ ਦੇ ਉੱਪਰ ਉਸਨੇ ਇਤਰਾਜ਼ ਜ਼ਾਹਿਰ ਕੀਤਾ। ਸੋ ਜਿਨ੍ਹਾਂ ਦੇ ਉੱਪਰ ਇਤਰਾਜ਼ ਜ਼ਾਹਿਰ ਕੀਤੇ ਨੇ ਉਹ ਤਾਂ ਮੀਡੀਆ ਦੇ ਵਿੱਚ ਲਿਸਟ ਆਈ, ਪਰ ਜਿਹੜੀ ਉਸਨੇ ਰਿਕਮੈਂਡੇਸ਼ਨ ਦਿੱਤੀ ਹੋਏਗੀ ਉਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕਿਤੇ ਨਾ ਕਿਤੇ ਜਾ ਕੇ ਇਹ ਵੀ ਲੱਗਦਾ ਨਾ, ਜਿਹੜੀਆਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਉਹੀ ਪੰਜਾਬ ਦੀ ਗੱਲ ਕਰਦੀਆਂ ਨਜ਼ਰ ਆਉਂਦੀਆਂ ਨੇ, ਪਰ ਜਿਹੜੀਆਂ ਦਿੱਲੀ ਤੋਂ ਚੱਲਦੀ ਪਾਰਟੀ ਉਹ ਕਦੇ ਪੰਜਾਬ ਦੀ ਬਣੀ ਨਹੀਂ ਤੇ ਨਾ ਹੀ ਹੋਈ ਆ। ਉਹ ਪੜ੍ਹਦੇ ਵੀ ਰਹੇ ਆ ਤੇ ਸੁਣਦੇ ਵੀ ਰਹੇ ਆ। ਪਹਿਲਾਂ ਅਸੀਂ ਸਿਰਫ ਪੜ੍ਹਦੇ ਸੀ ਤੇ ਸੁਣਦੇ ਸੀ, ਤੇ ਹੁਣ ਤੇ ਸਾਨੂੰ ਇੰਜ ਲੱਗਦਾ ਕਿ ਸਿੱਧੂ ਦੀ ਅਸਤੀਫੇ ਦੀ ਸ਼ਬਦਾਵਲੀ ਜਿਹੜੀ ਉਹਨੇ ਸਾਨੂੰ ਇੱਕ ਸਬੂਤ ਸਾਡੇ ਸਾਹਮਣੇ ਰੱਖ ਦਿੱਤਾ ਕਿ ਸੱਚਮੁੱਚ ਹੀ ਜੇਕਰ ਪੰਜਾਬ ਦੀ ਭਲਾਈ ਦੀ ਗੱਲ ਕਰਨੀ ਹੈ ਤੇ ਤੁਹਾਨੂੰ ਸਮਝੌਤਾਵਾਦੀ ਨਹੀਂ ਹੋ ਸਕਦੇ, ਸਮਝੌਤਾਵਾਦੀ ਹੋ ਕੇ ਤੁਹਾਡਾ ਪਤਨ ਹੋ ਜਾਵੇਗਾ। ਸੋ ਇਸ ਦਾ ਮਤਲਬ ਸਪਸ਼ਟ ਹੈ ਕਿ ਜੇਕਰ ਤੁਸੀਂ ਕੇਂਦਰ ਦੇ ਨਾਲ ਸਮਝੌਤਾਵਾਦੀ ਹੋ ਕੇ ਤੁਰਨਾ ਤੇ ਪੰਜਾਬ ਦੀ ਭਲਾਈ ਜਾਂ ਵੈਲਫੇਅਰ ਦੀ ਗੱਲ ਕਰ ਸਕਦੇ ਹੋ, ਪਰ ਜੇਕਰ ਤੁਸੀਂ ਕੇਂਦਰ ਦੇ ਨਾਲ ਸਮਝੌਤਾਵਾਦੀ ਸੁਰ ਨਹੀਂ ਰੱਖਣੀ ਤੇ ਤੁਹਾਡਾ ਪਤਨ ਹੈ। ਇਹਦੇ ਵਿੱਚੋਂ ਪੰਜਾਬ ਨੂੰ ਆਪਣਾ ਭਵਿੱਖ ਵੇਖ ਲੈਣਾ ਚਾਹੀਦਾ। ਪੰਜਾਬ ਦੇ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਆਉਂਦੀ ਆ ਯਾਦ, ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਖਤਮ ਕਰਿਆ ਸੀ, ਉਹ ਵੀ ਆਪਣਿਆਂ ਨਹੀਂ ਕਰਿਆ ਸੀਗਾ।
ਆਪਣਿਆਂ ਨੇ ਤਾਂ ਨਹੀਂ ਕਹਿ ਸਕਦੇ, ਆਪਣੇ ਤਾਂ ਮੂਹਰੇ ਬਣਦੇ ਹੁੰਦੇ ਨੇ, ਪਿੱਛੇ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ ਬਹੁਤ ਵੱਡੀਆਂ ਹੁੰਦੀਆਂ ਨੇ। ਜੇਕਰ ਤੁਸੀਂ ਉਸ ਸਮੇਂ ਦਾ ਜਿਹੜਾ ਰੌਥਚਾਈਲਡ ਦਾ ਜਿਹੜਾ ਸਿਸਟਮ ਹੈ, ਜੇਕਰ ਤੁਸੀਂ ਉਸ ਨੂੰ ਵੇਖਦੇ ਹੋ, ਵਰਲਡ ਬੈਂਕਿੰਗ ਨੂੰ ਵੇਖਦੇ ਹੋ, ਤਾਂ ਉਹਦੇ ਵਿੱਚ ਜੇਕਰ ਤੁਸੀਂ ਫ੍ਰੈਂਚ ਜਿਹੜੀ ਰੈਵੋਲੂਸ਼ਨ ਹੈ ਉਹਦੇ ਤੋਂ ਬਾਅਦ ਨਪੋਲੀਅਨ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਂਦਾ, ਉਹੀ ਰੌਥਚਾਈਲਡ ਘਰਾਣਾ, ਰਣਜੀਤ ਸਿੰਘ, ਕਿਉਂਕਿ ਜਿਹੜੀ ਆਪਣੀ ਈਸਟ ਇੰਡੀਆ ਕੰਪਨੀ ਸੀ ਇਹਦੇ ਮਾਲਕ ਵੀ ਰੌਥਚਾਈਲਡ ਸੀਗੇ, ਉਹ ਕਿਸ ਤਰ੍ਹਾਂ ਦੇ ਨਾਲ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਨਫਿਲਟ੍ਰੇਸ਼ਨ ਕਰਦੇ ਆ ਤੇ ਕਿਸ ਤਰ੍ਹਾਂ ਦੇ ਨਾਲ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ ਪੱਧਰ ਪੈਦਾ ਕਰਕੇ ਉਸ ਰਾਜ ਨੂੰ ਖਤਮ ਕੀਤਾ ਜਾਂਦਾ ਹੈ। ਸੋ ਆ ਜਾ ਕੇ ਉਦੋਂ ਵੀ ਜਿਹੜੀ ਲੜਾਈ ਆ, ਚਾਹੇ ਨਪੋਲੀਅਨ ਦੇ ਖਿਲਾਫ ਹੋਵੇ ਚਾਹੇ ਰਣਜੀਤ ਸਿੰਘ ਦੇ ਖਿਲਾਫ ਹੋਵੇ, ਉਹ ਲੜਾਈ ਕਿਰਤੀ ਲੋਕਾਂ ਦੀ ਤੇ ਕਾਰਪੋਰੇਟ ਅਦਾਰਿਆਂ ਦੀ ਹੈ ਜਿਹੜੀ ਅੱਜ ਕਿਸਾਨ ਸੰਘਰਸ਼ ਦੀ ਹੈ। ਸੋ ਇਸ ਕਰਕੇ ਬਹੁਤ ਸਾਰੇ ਲੋਕ ਤਾਂ ਰਾਜਸੀ ਪ੍ਰਕਿਰਿਆ 'ਚ ਮੋਹਰੇ ਬਣਦੇ ਨੇ, ਉਹਨਾਂ ਨੂੰ ਚਲਾਉਣ ਵਾਲੀਆਂ ਤਾਕਤਾਂ ਕੁਝ ਹੋਰ ਹੁੰਦੀਆਂ ਨੇ। ਯਾਦ ਆਇਆ ਕਿਸਾਨੀ ਸੰਘਰਸ਼ ਤੋਂ ਤੁਸੀਂ ਇੱਕ ਵਾਰ ਸਟੇਜ ਤੇ ਬੋਲ ਰਹੇ ਸੀ ਕਿ ਜਿਹੜੇ ਸਟੇਜ ਤੇ ਬੈਠਣ ਵਾਲੇ ਆ ਉਹਨਾਂ ਨੇ ਕਦੇ ਵਫਾ ਨਹੀਂ ਕੀਤੀ ਤੇ ਜਿਹੜੇ ਥੱਲੇ ਬੈਠੇ ਉਹਨਾਂ ਨੇ ਕਦੇ ਦਗਾ ਨਹੀਂ ਕੀਤੀ। ਤੁਹਾਨੂੰ ਵੀ ਕਾਫੀ ਟਾਰਗੇਟ ਤੇ ਰੱਖਿਆ ਉਸ ਵਕਤ ਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਭੜਕਾ ਰਹੇ ਨੇ, ਜਾਂ ਇਹ ਖਾਲਿਸਤਾਨੀ ਨੇ, ਜਾਂ ਇਹ ਉਗਰਵਾਦੀ ਨੇ, ਪਤਾ ਨਹੀਂ ਕੀ ਕੀ ਬੋਲਿਆ ਗਿਆ। ਆਖਰ ਅੱਜ ਕੀ ਕਹੋਗੇ ਉਹਨਾਂ ਨੂੰ? ਮੇਰੇ ਸ਼ਬਦਾਵਲੀ ਅੱਜ ਵੀ ਉਹੀ ਹੈ, ਕਿਉਂਕਿ ਸਰਦਾਰ ਕਪੂਰ ਸਿੰਘ ਨੇ ਕਹੀ ਸੀ, ਉਹ ਟਿਪੀਕਲੀ ਜਦੋਂ ਇਹ ਗੱਲ ਕਹੀ ਗਈ ਉਦੋਂ ਕੋਈ ਕਿਸਾਨ ਸੰਘਰਸ਼ ਨਹੀਂ ਸੀ ਹੈਗਾ, ਪਰ ਮੈਂ ਕਿਸਾਨ ਸੰਘਰਸ਼ ਦੀ ਮੰਚ ਤੋਂ ਉੱਪਰੋਂ ਹੀ ਕਹੀ ਹੈ। ਔਰ ਉਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਦੇ ਲੋਕ ਕਿਸੇ ਵੀ ਮੁੱਦੇ ਦੇ ਉੱਪਰ ਆਪਣੀ ਜਾਨ, ਮਾਲ, ਧਨ ਦੀ ਕੁਰਬਾਨੀ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ, ਪਰ ਜਿਹੜੇ ਸਾਡੇ ਲੀਡਰ ਨੇ ਹਮੇਸ਼ਾ ਉਹੀ ਧੋਖਾ ਕਰਦੇ ਨੇ। ਸੋ ਜੇ ਤੁਸੀਂ ਕਹੋ ਕਿ ਕਦੀ ਪੰਜਾਬ ਦਾ ਨੌਜਵਾਨ ਜਿਹੜਾ ਉਹ ਕਿਸੇ ਗੱਲ ਤੋਂ, ਕਿਸੇ ਕੁਰਬਾਨੀ ਤੋਂ ਪਿੱਛੇ ਨਹੀਂ ਹਟਦਾ, ਪਰ ਜਦੋਂ ਲੀਡਰਸ਼ਿਪ ਤੋਂ ਨਿਰਾਸ਼ਾ ਹੁੰਦੀ ਹੈ ਤਾਂ ਉਸ ਨਿਰਾਸ਼ਾ ਦੇ ਵਿੱਚੋਂ ਸਰਦਾਰ ਕਪੂਰ ਸਿੰਘ ਨੇ ਇਹ ਗੱਲ ਮੰਚ ਦੇ ਉੱਪਰੋਂ ਕਹੀ ਸੀ ਕਿ ਜਿਹੜੇ ਸਾਹਮਣੇ ਬੈਠੇ ਨੇ ਇਹਨਾਂ ਨੇ ਕਦੀ ਜ਼ਫਾ ਨਹੀਂ ਕੀਤੀ, ਧੋਖਾ ਨਹੀਂ ਦਿੱਤਾ, ਤੇ ਜਿਹੜੇ ਸਟੇਜ ਤੇ ਬੈਠਦੇ ਨੇ ਕਦੀ ਵਫਾ ਨਹੀਂ ਕਰਦੇ। ਉਹ ਪੰਜਾਬ ਦੀ ਸਾਰੀ ਆਗੂ ਪ੍ਰਣਾਲੀ ਨੂੰ ਸੰਬੋਧਿਤ ਗੱਲ ਸੀ। ਜੀ ਗੱਲ ਕਰੀ ਤਾਂ ਪੰਜਾਬ ਨੂੰ ਕਿਸ ਜਗ੍ਹਾ ਤੇ ਦੇਖਦੇ ਹੋ? ਪੰਜਾਬ ਨੂੰ ਕਰਨਾ ਕੀ ਚਾਹੀਦਾ? ਆਖਰ ਪੰਜਾਬ ਦੇ ਜਿਹੜੇ ਮੁੱਦੇ ਸੀ, ਅਕਾਲੀ ਦਲ ਲੈ ਕੇ ਚੱਲਿਆ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੇਲੇ ਆਨੰਦਪੁਰ ਸਾਹਿਬ ਦਾ ਮਤਾ ਸੀ ਤੇ ਪੰਜਾਬੀ ਬੋਲਦੇ ਇਲਾਕੇ ਸੀ। ਇਸ ਜਗ੍ਹਾ ਤੇ ਚੰਡੀਗੜ੍ਹ 'ਚ ਖੜਿਆਂ ਦਾ 28 ਪਿੰਡ ਉਜਾੜ ਕੇ ਪੰਜਾਬ ਦੇ ਵਸਿਆ, ਪਰ ਉਹ ਬਾਅਦ ਚੋਂ ਗੱਲਾਂ ਨਹੀਂ ਹੋਈਆਂ। ਅੱਜ ਕਿਸ ਜਗ੍ਹਾ ਤੇ ਦੇਖਦੇ ਹੋ ਪੰਜਾਬ ਨੂੰ? ਅਸੀਂ ਪੰਜਾਬੀ 'ਚ ਇੱਕ ਕਹਾਵਤ ਕਹਿੰਦੇ ਹੁੰਦੇ ਆ ਕਿ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਜੇਕਰ ਅੱਜ ਵੀ ਤੁਸੀਂ ਪੰਜਾਬ ਦੀ ਹੋਣੀ ਬਦਲਣ ਦੇ ਵਾਸਤੇ ਕਿਸੇ ਵੀ ਪਾਸਿਓਂ ਸ਼ੁਰੂ ਹੋਣਾ ਨਾ, ਤਾਂ ਤੁਹਾਡਾ ਮਿਨੀਮਮ ਨਿਸ਼ਾਨਾ ਉਹੀ ਆਨੰਦਪੁਰ ਸਾਹਿਬ ਦਾ ਮਤਾ ਹੀ ਹੋਵੇਗਾ। ਜਿੰਨਾ ਚਿਰ ਤੱਕ ਤੁਸੀਂ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ, ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰਦੇ, ਉਹਨਾਂ ਚਿਰ ਤੱਕ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਸਿਆਸੀ ਬਦਲ ਤੋਂ ਆਸ ਨਹੀਂ ਰੱਖ ਸਕਦੇ। ਰਾਜੀਵ ਗਾਂਧੀ, ਸੋਨੀਆ ਗਾਂਧੀ ਨੂੰ ਡਰ ਸੀ, ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨੂੰ ਡਰ ਸੀਗਾ ਇਸ ਚੀਜ਼ ਦਾ ਕਿ ਸਿੱਧੂ ਕਿਤੇ ਨਾ ਕਿਤੇ ਜਾ ਕੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਾ ਛੇੜ ਲੇ। ਜਦੋਂ ਉਸਨੇ ਪੰਜਾਬ ਮਾਡਲ ਦੀ ਗੱਲ ਕੀਤੀ ਹੈ ਤਾਂ ਪੰਜਾਬ ਮਾਡਲ ਦੇ ਵਿੱਚ ਬੇਸ਼ੱਕ ਉਸਨੇ ਕੋਈ ਉਹਦਾ ਖਾਕਾ ਸਾਡੇ ਸਾਹਮਣੇ ਨਹੀਂ ਰੱਖਿਆ, ਪਰ ਆ ਜਾ ਕੇ ਜਦੋਂ ਉਸਨੇ ਪੰਜਾਬ ਮਾਡਲ ਦੀ ਜਾਂ ਪੰਜਾਬ ਦੀ ਵੈਲਫੇਅਰ ਦੀ ਗੱਲ ਕੀਤੀ ਤਾਂ ਗੱਲਾਂ ਉਹੀ ਸੀ, ਵਿਦਿਅਕ ਅਦਾਰਿਆਂ ਤੋਂ ਲੈ ਕੇ ਪੰਜਾਬ ਦੇ ਕਿਰਤ ਤੱਕ ਜਿਹੜੇ ਲੋਕਾਂ ਨੂੰ ਅਧਿਕਾਰ ਦੇਣ ਦੀ ਗੱਲ ਸੀ, ਉਹਦੇ ਵਿੱਚ ਉਸ ਮਾਡਲ ਦਾ ਇੱਕ ਰੂਪ ਜ਼ਰੂਰ ਪ੍ਰਗਟ ਹੁੰਦਾ ਸੀ। ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿ ਕੇ ਜਾਓਗੇ? ਉਦੋਕੇ ਸਾਹਿਬ ਤੁਸੀਂ ਬਹੁਤ ਪੜ੍ਹਦੇ ਹੋ, ਬਹੁਤ ਸੁਣਦੇ ਹੋ ਉਹ ਚੀਜ਼ਾਂ ਨੂੰ, ਤੇ ਕਾਫੀ ਹੱਦ ਤੱਕ ਕੋਖਦੇ ਹੋ, ਉਸ ਦੇ ਨਿੱਜ ਤੱਕ ਜਾਂਦੇ ਹੋ, ਜਾਂਦੇ ਜਾਂਦੇ ਕੀ ਕਹਿ ਕੇ ਜਾਓਗੇ? ਬਸ ਇਹੀ ਹੈ ਕਿ ਪੰਜਾਬ ਦੀ ਨੌਜਵਾਨੀ ਦੇ ਕੋਲ ਇਸ ਵੇਲੇ ਬੇਸ਼ੱਕ ਉਹਨਾਂ ਨੂੰ ਲੱਗਦਾ ਕਿ ਰਾਜਨੀਤਿਕ ਤੌਰ ਤੇ ਪੰਜਾਬ ਦੀ ਜਿਹੜੀ ਅਸਥਿਰਤਾ ਬਣੀ ਹੋਈ ਹੈ ਤੇ ਪੰਜਾਬ ਦਾ ਭਵਿੱਖ ਧੁੰਦਲਾ ਹੈ, ਪਰ ਜਿਹੜੀ ਤੁਸੀਂ ਮੇਰੇ ਬਾਰੇ ਗੱਲ ਕੀਤੀ ਹੈ ਕਿ ਮੈਂ ਚੀਜ਼ਾਂ ਨੂੰ ਪੜ੍ਹਦਾ ਤੇ ਘੋਖਦਾ, ਸਾਡੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਨ ਦੀ ਪਿਰਤ ਵਾਲੇ ਪਾਸੇ ਆਉਣਾ ਪਵੇਗਾ ਕਿ ਅਸੀਂ ਜਿਹੜੇ ਰਾਜਨੀਤਿਕ ਸਮੀਕਰਨ ਤੇ ਬਦਲਾਅ ਆ ਰਹੇ ਨੇ ਰਾਜਨੀਤੀ ਤੇ, ਉਹਨਾਂ ਦਾ ਪੰਜਾਬ ਦੇ ਸਮਾਜ ਦੇ ਉੱਪਰ ਕੀ ਪ੍ਰਭਾਵ ਪਵੇਗਾ, ਪੰਜਾਬ ਦੀ ਰਾਜਨੀਤੀ ਦਾ ਮੂੰਹ ਮਹਾਂਦਰਾ ਕੀ ਹੋਵੇਗਾ, ਉਹਦੇ ਵਾਸਤੇ ਸਾਨੂੰ ਪੜ੍ਹਨ ਦੀ ਜਿਹੜੀ ਆਦਤ ਪਾਉਣੀ ਪਵੇਗੀ। ਐਜੂਕੇਸ਼ਨ ਹੀ ਇੱਕ ਸਾਡੇ ਕੋਲ ਇਸ ਸਮੇਂ ਐਸਾ ਹਥਿਆਰ ਰਹਿ ਗਿਆ ਜਿਹਦੇ ਨਾਲ ਸਮਾਜ ਦੇ ਵਿੱਚ ਬਦਲਾਅ ਲਿਆਂਦਾ ਜਾ ਸਕਦਾ। ਧੰਨਵਾਦ। ਸੋ ਇਸ ਵਕਤ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਨ੍ਹਾਂ ਦਾ ਕਹਿਣਾ ਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ, ਪੰਜਾਬ ਦੀ ਜਵਾਨੀ ਹੈ ਜਿਹੜੀ, ਉਸ ਨੂੰ ਪੜ੍ਹਨਾ ਪਏਗਾ, ਉਸ ਨੂੰ ਉਸ ਨਿੱਜ ਤੱਕ ਜਾ ਕੇ ਘੋਖਣਾ ਪਏਗਾ ਜਿਸ ਦੀ ਵੀ ਅਸੀਂ ਗੱਲ ਕਰਦੇ ਹਾਂ। ਤਾਂ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਖਬਰਾਂ ਨੇ ਜਾਂ ਜਿਹੜੇ ਸਾਡੇ ਹਿਸਟੋਰੀਕਲ ਇਨਸਾਨ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਵਾਂਗੇ ਜਿਹੜੇ ਹਿਸਟੋਰੀਕਲ ਚੀਜ਼ਾਂ ਦੇ ਉੱਪਰ ਖੋਜ ਕਰਦੇ ਨੇ। ਤਾਂ ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਹਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।